ਡਾਕਟਰ ਨਰਿੰਦਰ ਸਿੰਘ ਕਪੂਰ ਦੀ ਲਿਖੀ ਕਿਤਾਬ ਮੇਲ-ਜੋਲ, ਭਾਗ 6ਵਾਂ, ਨਕਲ ਮਾਰਨਾ। ਇਮਤਿਹਾਨਾਂ ਵਿੱਚ ਨਕਲ ਮਾਰਨ ਦਾ ਅਮਲ ਇੱਕ ਨਲਾਇਕ ਦਾ ਲਾਇਕ ਅਤੇ ਇੱਕ ਅਨਪੜ੍ਹ ਦਾ ਪੜ੍ਹੇ ਲਿਖੇ ਪ੍ਰਤੀਤ ਹੋਣ ਦਾ ਚਲਿੱਤਰ ਹੁੰਦਾ ਹੈ। ਮਿਸਾਲਾਂ ਦੇਣ ਦੀ ਲੋੜ ਨਹੀਂ ਕਿ ਸਰੀਰਕ ਅਤੇ ਦਿਮਾਗੀ ਮਿਹਨਤ ਪ੍ਰਤੀ ਸੰਸਾਰ ਦੀ ਵੱਡੀ ਆਬਾਦੀ ਬੇਮੁਖ ਹੈ ਅਤੇ ਜੇ ਹਰ ਇੱਕ ਨੂੰ ਦਿਮਾਗੀ ਜਾਂ ਸਰੀਰਕ ਕੰਮ ਕਰਨ ਲਈ ਕਿਹਾ ਜਾਵੇ ਤਾਂ ਬਹੁਤੇ ਸਰੀਰਕ ਕੰਮ ਨੂੰ ਪਹਿਲੇ ਕਰਨਗੇ ਅਤੇ ਵੱਸ ਲੱਗਦੇ ਦਿਮਾਗੀ ਕੰਮ ਨੂੰ ਟਾਲਣਗੇ। ਮਨੁੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਨੁੱਖ ਨੇ ਆਪਣੇ ਦਿਮਾਗ ਦੀ ਵਰਤੋਂ ਆਪਣੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹੀ ਕੀਤੀ ਹੈ। ਅੱਜ ਵੀ ਮਨੁੱਖ ਦੀਆਂ ਬਹੁਤੀਆਂ ਖੁਸ਼ੀਆਂ ਅਤੇ ਤਸੱਲੀਆਂ ਸਰੀਰਕ ਹਨ, ਮਾਨਸਿਕ ਜਾਂ ਦਿਮਾਗੀ ਨਹੀਂ। ਯੂਨਾਨ ਅਤੇ ਭਾਰਤ ਵਿੱਚ ਸਿਰਜਣਾਤਮਕ ਯੁੱਗ ਬਹੁਤ ਪਹਿਲਾਂ ਆਏ ਸਨ, ਪਰ ਪਿਛਲੇ 2000 ਸਾਲਾਂ ਤੋਂ ਅਸੀਂ ਰਟਣ ਰਟਾਉਣ, ਪਰੰਪਰਾ ਪਾਲਣ ਅਤੇ ਨਕਲ ਮਾਰਨ ਉੱਤੇ ਹੀ ਲੱਗੇ ਹੋਏ ਹਾਂ। ਸਮੰਤਵਾਦ ਦਾ ਇੱਕ ਖਾਸਾ ਇਹ ਹੁੰਦਾ ਹੈ ਕਿ ਇਹ ਪਰੰਪਰਾ ਨੂੰ ਪਾਲਦਾ ਹੈ, ਤਬਦੀਲੀ ਦਾ ਵਿਰੋਧ ਕਰਦਾ ਅਤੇ ਪ੍ਰਾਪਤ ਨੂੰ ਦ੍ਰਿੜ ਕਰਦਾ ਰਹਿੰਦਾ ਹੈ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਬਹੁਤਾ ਜ਼ੋਰ ਪੜ੍ਹਨ ਲਿਖਣ ਉੱਤੇ ਨਹੀਂ ਸਗੋਂ ਵੇਖਣ ਸੁਣਨ ਉੱਤੇ ਦਿੱਤਾ ਜਾਂਦਾ ਹੈ। ਇਹ ਇੱਕ ਕਾਰਨ ਹੈ ਕਿ ਅਨੁਭਵ ਪ੍ਰਗਟਾਉਣ ਦੇ ਸਾਡੇ ਮਾਧਿਅਮ ਮੌਖਿਕ ਹਨ, ਲਿਖਤੀ ਜਾਂ ਕਲਾਤਮਕ ਨਹੀਂ। ਸਮੰਤਵਾਦੀ ਯੁੱਗ ਧਰਮ ਦੇ ਗਲਬੇ ਅਤੇ ਕਿਬਤਾ ਦੀ ਪ੍ਰਮੁੱਖਤਾ ਕਾਰਨ ਅਸੀਂ ਬੋਲਣ ਵਿੱਚ ਵਧੇਰੇ ਮਾਹਰ ਹਾਂ ਅਤੇ ਲਿਖਣ ਵਿੱਚ ਅਸੀਂ ਬਹੁਤ ਪਿੱਛੇ ਹਾਂ। ਇਮਤਿਹਾਨ ਲਿਖਣ ਦਾ ਅਭਿਆਸ ਹੁੰਦਾ ਹੈ, ਜਦੋਂ ਕਿ ਵਿਦਿਆਰਥੀਆਂ ਨੇ ਅਭਿਆਸ ਵਧੇਰੇ ਕਰਕੇ ਸੁਣਨ ਦਾ ਅਤੇ ਕੁਝ ਹੱਦ ਤੱਕ ਪੜ੍ਹਨ ਦਾ ਕੀਤਾ ਹੁੰਦਾ ਹੈ। ਲਿਖਣ ਦਾ ਅਭਿਆਸ ਅਕਸਰ ਪ੍ਰੀਖਿਆ ਕੇਂਦਰ ਵਿੱਚ ਹੀ ਕੀਤਾ ਜਾਂਦਾ ਹੈ। ਸਿੱਖਿਆ ਪ੍ਰਾਪਤੀ ਦੀ ਵਿਧੀ ਅਤੇ ਆਦਰਸ਼ ਠੀਕ ਨਾ ਹੋਣ ਕਾਰਨ ਨਕਲ ਮਾਰਨ ਦੀ ਆਦਤ ਉਪਜਦੀ ਹੈ। ਨਕਲ ਮਾਰਨ ਦੀ ਪ੍ਰਵਿਰਤੀ ਉਦੋਂ ਤੱਕ ਨਹੀਂ ਹਟ ਸਕਦੀ ਜਦੋਂ ਤੱਕ ਪੜ੍ਹਨ ਅਤੇ ਲਿਖਣ ਦੇ ਖੇਤਰ ਵਿੱਚ ਲਿਖਣ ਨੂੰ ਪਹਿਲਾ ਦਰਜਾ ਪ੍ਰਾਪਤ ਨਹੀਂ ਹੋ ਜਾਂਦਾ। ਲਿਖਣ ਵਿੱਚ ਪੜ੍ਹਨਾ, ਸਮਝਣਾ, ਵੇਖਣਾ ਅਤੇ ਸੁਣਨਾ ਸਾਰੇ ਪਰਖੇ ਜਾਂਦੇ ਹਨ। ਇਸ ਪਰਖ ਤੋਂ ਸਾਡੇ ਵਿਦਿਆਰਥੀ ਡਰਦੇ ਹਨ। ਮਨੋਵਿਗਿਆਨਕ ਕਾਰਨਾਂ ਤੋਂ ਇਲਾਵਾ ਨਕਲ ਮਾਰਨ ਦੇ ਇਤਿਹਾਸਕ, ਸਮਾਜਿਕ ਅਤੇ ਸੱਭਿਆਚਾਰਕ ਕਾਰਨ ਵੀ ਹਨ। ਅਜੋਕੇ ਅਧਿਆਪਕਾਂ ਦੇ ਮਾਪੇ ਅਨਪੜ੍ਹ ਸਨ, ਅਰਥਾਤ ਅਜੋਕੇ ਅਧਿਆਪਕ ਅਧਿਆਪਕਾਂ ਦੀ ਪਹਿਲੀ ਪੀੜ੍ਹੀ ਹਨ। ਇਵੇਂ ਹੀ ਅਜੋਕੇ ਵਿਦਿਆਰਥੀਆਂ ਦੇ ਮਾਪੇ ਅਨਪੜ੍ਹ ਹਨ, ਅਰਥਾਤ ਅਜੋਕੇ ਵਿਦਿਆਰਥੀ ਵਿਦਿਆਰਥੀਆਂ ਦੀ ਪਹਿਲੀ ਪੀੜ੍ਹੀ ਹਨ। ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਦੂਜੀ ਪੀੜ੍ਹੀ ਨਿਰਸੰਦੇਹ ਪੜ੍ਹਨ ਲਿਖਣ ਨੂੰ ਵਧੇਰੇ ਅਪਣਤ ਨਾਲ ਸਵੀਕਾਰ ਕਰੇਗੀ। ਨਾਲ ਹੀ ਵੇਖਣਾ ਇਹ ਹੈ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪਹਿਲੀ ਵਫ਼ਾਦਾਰੀ ਕਿੱਥੇ ਹੈ। ਬਹੁਤੇ ਅਧਿਆਪਕਾਂ ਦੀ ਪਹਿਲੀ ਪਸੰਦ ਟਿਊਸ਼ਨਾਂ ਪੜ੍ਹਾਉਣ ਦੀ ਅਤੇ ਬਹੁਤੇ ਅਧਿਆਪਕਾਂ ਦੀ ਪਹਿਲੀ ਵਫ਼ਾਦਾਰੀ ਸਵੈਟਰਾਂ ਬੁਣਨ ਵੱਲ ਹੈ। ਕਿਉਂ ਨਾ ਸਿਲੇਬਸ ਇਸ ਪ੍ਰਕਾਰ ਢਾਲ ਲਏ ਜਾਣ ਜਿਵੇਂ ਜਿਹੜੇ ਸਵੈਟਰ ਬੁਣਦੇ ਪੜ੍ਹਾਏ ਜਾ ਸਕਣ। ਬਹੁਤੇ ਪੇਂਡੂ ਅਧਿਆਪਕਾਂ ਦੀ ਪਹਿਲੀ ਵਫ਼ਾਦਾਰੀ ਮੱਝਾਂ ਪਾਲਣ ਵੱਲ ਜਾਂ ਅਜਿਹੇ ਹੀ ਖੇਤੀ ਨਾਲ ਸੰਬੰਧਿਤ ਕਿਸੇ ਹੋਰ ਧੰਦੇ ਵੱਲ ਹੈ। ਕਿਉਂ ਨਾ ਸਿਲੇਬਸ ਵਿੱਚ ਮੱਝਾਂ ਪਾਲਣ ਦਾ ਇੱਕ ਵਿਸ਼ਾ ਸ਼ਾਮਲ ਕਰ ਲਿਆ ਜਾਵੇ। ਇਵੇਂ ਹੀ ਬਹੁਤੇ ਵਿਦਿਆਰਥੀਆਂ ਦੀ ਪਹਿਲੀ ਵਫ਼ਾਦਾਰੀ ਪੜ੍ਹਾਈ ਵੱਲ ਨਹੀਂ, ਕਿਸੇ ਸੰਤੋ ਜਾਂ ਬੰਤੋ ਵੱਲ ਜਾਂ ਕਿਸੇ ਵੀਰੇ ਜਾਂ ਜੰਗੀਰੇ ਵੱਲ ਹੁੰਦੀ ਹੈ। ਜਦੋਂ ਤੱਕ ਇਹ ਵਫ਼ਾਦਾਰੀਆਂ ਨਹੀਂ ਬਦਲਦੀਆਂ ਅਤੇ ਜਦੋਂ ਤੱਕ ਵਿੱਦਿਆ ਦੇ ਖੇਤਰ ਵਿੱਚ ਹਰ ਦੂਜੇ ਕੰਮ ਨੂੰ ਵਿੱਦਿਆ ਤੋਂ ਥੱਲੇ ਨਹੀਂ ਰੱਖਿਆ ਜਾਂਦਾ, ਵਿੱਦਿਆ ਪ੍ਰਦਾਨ ਕਰਨ ਅਤੇ ਵਿੱਦਿਆ ਪ੍ਰਾਪਤ ਕਰਨ ਦੇ ਅਸਲ ਆਨੰਦ ਨੂੰ ਮਾਣਿਆ ਨਹੀਂ ਜਾ ਸਕਦਾ। ਸੱਚ ਤਾਂ ਇਹ ਹੈ ਕਿ ਅਜੇ ਤੱਕ
ਵਿੱਦਿਆ ਨਾਲ ਸਾਡਾ ਮੋਹ ਹੀ ਨਹੀਂ ਪਿਆ ਅਤੇ ਪੜ੍ਹਨ ਪੜ੍ਹਾਉਣ ਨੂੰ ਇੱਕ ਵੰਗਾਰ ਸਮਝ ਕੇ ਨਿਪਟਾਇਆ ਜਾ ਰਿਹਾ ਹੈ। ਸਾਡੇ ਵਿੱਦਿਅਕ ਪ੍ਰਬੰਧ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਇੱਕ ਵਰਗ ਪੈਦਾ ਹੋ ਗਿਆ ਹੈ ਜੋ ਵਿੱਦਿਅਕ ਪ੍ਰਬੰਧ ਵਿੱਚ ਨੁਕਸ ਦੱਸ ਕੇ ਆਪਣੇ ਸਿੱਖਿਆ ਵਿਰੋਧੀ ਵਰਤਾਰੇ ਨੂੰ ਜਾਇਜ਼ ਦਿਸਣ ਲੱਗ ਪਿਆ ਹੈ। ਸਾਡੇ ਅਜੋਕੇ ਸਿਲੇਬਸ ਪੂੰਜੀਵਾਦੀ ਰੁਚੀ ਦੇ ਲਾਇਕ ਹਨ। ਉਦਾਹਰਨ ਵਜੋਂ ਕੈਲੰਡਰਾਂ ਦੇ ਸਵਾਲ, ਤਜਾਰਤ ਜਾਂ ਵਣਜ ਵਪਾਰ ਦੇ ਸਵਾਲ ਜਾਂ ਵਿਆਜ ਜਾਂ ਪ੍ਰਤੀਸ਼ਤ ਦੇ ਸਵਾਲ ਵਿਦਿਆਰਥੀਆਂ ਦੀ ਬਹੁ ਗਿਣਤੀ ਲਈ ਕਦੇ ਵੀ ਉਪਯੋਗੀ ਨਹੀਂ ਹੁੰਦੇ। ਸਿਲੇਬਸ ਸ਼ਹਿਰੀਆਂ ਨੇ ਸ਼ਹਿਰੀ ਵਿਦਿਆਰਥੀਆਂ ਲਈ ਬਣਾਏ ਹਨ ਅਤੇ ਫਸਟ ਅਤੇ ਸੈਕੰਡ ਡਿਵੀਜ਼ਨ ਦੇ ਅੰਕਾਂ ਦੀ ਹੱਦ ਵੀ ਸ਼ਹਿਰੀ ਵਿਦਿਆਰਥੀਆਂ ਦੀ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਿਤ ਕੀਤੀ ਗਈ ਹੈ। ਸਾਡੇ ਸਿਲੇਬਸ ਇਸ ਹੱਦ ਤੱਕ ਸ਼ਹਿਰੀ ਵਿਦਿਆਰਥੀਆਂ ਅਤੇ ਸ਼ਹਿਰੀ ਅਧਿਆਪਕਾਂ ਦੇ ਪੱਖ ਵਿੱਚ ਹਨ ਕਿ ਪੇਂਡੂ ਜਾਂ ਪਿਛੜੇ ਵਿਦਿਆਰਥੀ ਆਪਣੇ ਆਪ ਨੂੰ ਫਾਡੀ ਸਮਝ ਕੇ ਨਕਲ ਮਾਰਨ ਦੇ ਰਾਹ ਪੈ ਜਾਂਦੇ ਹਨ। ਜਦੋਂ ਸਿਲੇਬਸ ਵਿੱਚ ਗੋਡੀ ਕਰਨੀ, ਹਲ ਵਾਹੁਣਾ, ਡੰਗਰਾਂ ਦਾ ਗੁਤਾਵਾ ਕਰਨਾ, ਧਾਰ ਕੱਢਣੀ ਆਦਿ ਸ਼ਾਮਲ ਕਰ ਲਈ ਜਾਵੇਗੀ ਤਾਂ ਪੇਂਡੂ ਵਿਦਿਆਰਥੀ ਅੱਵਲ ਆਇਆ ਕਰਨਗੇ ਅਤੇ ਸ਼ਹਿਰੀ ਵਿਦਿਆਰਥੀ ਫੇਲ ਹੋਇਆ ਕਰਨਗੇ। ਕਈ ਅਗਿਆਨਤਾ ਵਸ ਘੱਟ ਨੰਬਰਾਂ ਵਾਲੇ ਹਰੀਜਾਨਾਂ ਨੂੰ ਦਾਖਲੇ ਦੇਣ ਦਾ ਵਿਰੋਧ ਕਰਦੇ ਹਨ। ਉਹਨਾਂ ਨੂੰ ਮੇਰਾ ਉੱਤਰ ਹੈ ਕਿ ਹਰੀਜਨਾਂ ਨੂੰ ਸਿਲੇਬਸ ਨਿਰਧਾਰਿਤ ਕਰ ਲੈਣ ਦਿਓ, ਉਹ ਕੋਈ ਰਿਆਇਤ ਨਹੀਂ ਮੰਗਣਗੇ। ਸਾਡੇ ਸਿਲੇਬਸਾਂ ਵਿੱਚ ਸਪਸ਼ਟ ਮੱਧ ਸ਼੍ਰੇਣੀਕ ਜਮਾਤੀ ਅੰਸ਼ ਪ੍ਰਧਾਨ ਹਨ। ਪੇਂਡੂ ਜਾਂ ਗਰੀਬ ਜਾਂ ਹਰੀਜਨ ਵਿਦਿਆਰਥੀ ਇਸ ਲਈ ਨਕਲ ਮਾਰਦਾ ਹੈ ਕਿਉਂਕਿ ਉਸਨੂੰ ਸ਼ਹਿਰੀ ਜਾਂ ਰਜਦੇ ਪੁੱਜਦੇ ਜਾਂ ਬ੍ਰਾਹਮਣ ਖੱਤਰੀ ਵਿਦਿਆਰਥੀਆਂ ਨਾਲ ਸਾਵਾ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ। ਮੱਧ ਸ਼੍ਰੇਣੀਕ ਵਿਦਿਆਰਥੀ ਇਸ ਹੱਦ ਤੱਕ ਕਮਜ਼ੋਰ ਹੁੰਦਾ ਹੈ ਕਿ ਉਹ ਵਿੱਦਿਆ ਨੂੰ ਚੰਗੇਰੀ ਸ਼ਖਸੀਅਤ ਦੀ ਉਸਾਰੀ ਲਈ ਨਹੀਂ ਸਗੋਂ ਵਪਾਰ ਜਾਂ ਨੌਕਰੀ ਦੇ ਦ੍ਰਿਸ਼ਟੀਕੋਣ ਤੋਂ ਹੀ ਵੇਖਦਾ ਹੈ। ਇਹੀ ਕਾਰਨ ਹੈ ਕਿ ਨੌਕਰੀ ਪ੍ਰਾਪਤੀ ਦੇ ਨਾਲ ਹੀ ਉਹ ਵਿਅਕਤੀ ਕਿਤਾਬਾਂ ਤੋਂ ਪੂਰਨ ਭਾਂਤ ਬੇਮੁਖ ਹੋ ਜਾਂਦਾ ਹੈ। ਸਾਡੇ ਦੇਸ਼ ਵਿੱਚ ਵਿੱਦਿਆ ਪ੍ਰਦਾਨ ਨਹੀਂ, ਇੱਕ ਵੰਗਾਰ ਸਮਝੀ ਜਾਂਦੀ ਹੈ। ਸਾਡਾ ਆਰਥਿਕ ਢਾਂਚਾ ਇਸ ਨੂੰ ਚਲਾਉਣ ਵਾਲਿਆਂ ਦੀ ਨਲਾਇਕੀ ਦੇ ਅਨੁਪਾਤ 'ਚ ਕਮਜ਼ੋਰ ਹੈ ਜੋ ਨਿਸ਼ਚੇ ਹੀ ਇੱਕ ਪੜਾਅ ਉੱਤੇ ਆ ਕੇ ਸਰਕਾਰੀ ਨੌਕਰੀਆਂ ਵਿੱਚ ਵਾਧਾ ਬਹੁਤ ਹੀ ਘਟ ਜਾਵੇਗਾ। ਪੜ੍ਹੇ ਲਿਖੇ ਮਾਪਿਆਂ ਦੇ ਬੱਚੇ ਸਰਕਾਰੀ ਸਕੂਲਾਂ ਦੀ ਨਵੀਂ ਕਾਰਗੁਜ਼ਾਰੀ ਕਾਰਨ ਉਹਨਾਂ ਵਿੱਚ ਨਹੀਂ ਪੜ੍ਹਨਗੇ ਅਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਹਾਲਤ ਵੇਖ ਕੇ ਕੋਈ ਸਿਆਣਾ ਮਰੀਜ਼ ਇਹਨਾਂ ਹਸਪਤਾਲਾਂ ਵਿੱਚ ਨਹੀਂ ਜਾਵੇਗਾ। ਅਜੋਕੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਆਖਿਆ ਜਾ ਸਕਦਾ ਹੈ ਕਿ ਨਿੱਜੀ ਖੇਤਰ ਸਕੂਲਾਂ ਹਸਪਤਾਲਾਂ ਸਮੇਤ ਆਰਥਿਕਤਾ ਦੇ ਹਰ ਖੇਤਰ ਵਿੱਚ ਪ੍ਰਵੇਸ਼ ਕਰੇਗਾ। ਨਕਲ ਮਾਰਾਂ ਦੀ ਨਲਾਇਕੀ ਸਰਕਾਰੀ ਨੌਕਰੀ ਦੀ ਛਤਰੀ ਥੱਲੇ ਭਾਵੇਂ ਛੁਪ ਜਾਵੇ ਪਰ ਨਿੱਜੀ ਖੇਤਰ ਵਿੱਚ ਇਹਨਾਂ ਨੂੰ ਫੁੱਟਬਾਲ ਵਾਂਗ ਠੁੱਡੇ ਪੈਣਗੇ। ਸਪਸ਼ਟ ਹੈ ਕਿ ਨਕਲ ਮਾਰ ਜਿੱਥੇ ਵੀ ਜਾਵੇਗਾ ਨਕਲ ਦੀ ਪ੍ਰਵਿਰਤੀ ਨੂੰ ਨਾਲ ਲੈ ਕੇ ਜਾਵੇਗਾ। ਹੈਰਾਨੀ ਦੀ ਗੱਲ ਨਹੀਂ ਕਿ ਇਹਨਾਂ ਨਕਲ ਮਾਰਾਂ ਦੇ ਹੱਥਾਂ ਵਿੱਚ ਸਾਡੀ ਆਰਥਿਕਤਾ ਦੀ ਆਧਾਰ ਤਕਨਾਲੋਜੀ ਦੀ ਪੱਧਰ ਨੀਵੀਂ ਹੋਵੇਗੀ ਅਤੇ ਵਿਕਾਸ ਹੌਲੀ ਹੋਵੇਗਾ। ਅਜੇ ਤੱਕ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਅਨਪੜ੍ਹਾਂ ਦਾ ਬੋਲਬਾਲਾ ਸੀ। ਅਜੋਕਾ ਯੁੱਗ ਨਕਲ ਮਾਰਾਂ ਦਾ ਹੈ। ਅਨਪੜ੍ਹਤਾ ਕਾਰਨ ਹੀ ਸਾਡੇ ਨੇਤਾ ਇਹ ਸਮਝਣ ਤੋਂ ਅਸਮਰੱਥ ਹਨ ਕਿ ਵਿਗਿਆਨਕ ਯੁੱਗ ਦੇ ਗਿਆਨ ਦੀ ਮਾਤਰਾ ਅਤੇ ਪ੍ਰਕਾਰ ਅਜਿਹੀ ਹੈ ਕਿ ਇਹ ਸੰਭਵ ਹੀ ਨਹੀਂ ਕਿ ਵਿੱਦਿਆ ਰੱਟਾ ਲਾ ਕੇ ਜਾਂ ਯਾਦ ਕਰਕੇ ਸਭ ਕੁਝ ਲਿਖ ਦੇਣ। ਸਹੀ ਪ੍ਰਕਾਰ ਦਾ ਉੱਤਰ ਲੱਭਣ ਲਈ ਢੁਕਵੇਂ ਸਰੋਤ ਨੂੰ ਵਰਤਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ।
ਇਵੇਂ ਇਮਤਿਹਾਨੀ ਕਮਰਿਆਂ ਵਿੱਚ ਜੇ ਵਿਦਿਆਰਥੀਆਂ ਨੂੰ ਪੁਸਤਕਾਂ ਲੈ ਜਾਣ ਦੀ ਆਗਿਆ ਹੋਵੇ ਤਾਂ ਨਕਲ ਮਾਰਨ ਦੀ ਕੁਰੀਤੀ ਖਤਮ ਹੋ ਸਕਦੀ ਹੈ। ਹੁਣ ਹੋ ਇਹ ਰਿਹਾ ਹੈ ਕਿ ਕਿਤਾਬਾਂ ਦੀ ਲੋੜ ਪੈਂਦੀ ਹੈ ਪਰ ਆਗਿਆ ਨਹੀਂ। ਇਸੇ ਕਰਕੇ ਕਤਾਰਾਂ ਪਰਚੀਆਂ ਦੇ ਰੂਪ ਵਿੱਚ ਕਿਤਾਬਾਂ ਅੰਦਰ ਲਿਜਾਈਆਂ ਜਾਂ ਭੇਜੀਆਂ ਜਾ ਰਹੀਆਂ ਹਨ। ਜੇ ਵਿਦਿਆਰਥੀ ਸਭ ਕੁਝ ਯਾਦ ਕਰਨ ਦੀ ਮਜਬੂਰੀ ਤੋਂ ਮੁਕਤ ਹੋ ਜਾਣ ਤਾਂ ਵਿੱਦਿਆ ਪ੍ਰਾਪਤੀ ਦਾ ਕਾਰਜ ਸੌਖਾ ਹੋ ਸਕਦਾ ਹੈ। ਛਾਪੇਖਾਨੇ ਅਤੇ ਪੁਸਤਕਾਂ ਦੀ ਕਾਢ ਨੇ ਮਨੁੱਖ ਨੂੰ ਸਭ ਕੁਝ ਯਾਦ ਰੱਖਣ ਦੀ ਮਜਬੂਰੀ ਤੋਂ ਮੁਕਤ ਕੀਤਾ ਹੈ, ਪਰ ਸਾਡਾ ਵਿੱਦਿਅਕ ਢਾਂਚਾ ਹੁਣ ਵੀ ਸਭ ਕੁਝ ਯਾਦ ਰੱਖਣ ਉੱਤੇ ਹੀ ਵੱਲ ਦੇਈ ਜਾ ਰਿਹਾ ਹੈ। ਇਸ ਨੀਤੀ ਦਾ ਨਤੀਜਾ ਇਹ ਹੋਇਆ ਹੈ ਕਿ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਨਕਲ ਦੀ ਚੜ੍ਹਤ ਹੈ ਅਤੇ ਇਹ ਪ੍ਰਵਿਰਤੀ ਸਹਿਜੇ ਹੀ ਸਭ ਪਾਸੇ ਵੇਖੀ ਜਾ ਸਕਦੀ ਹੈ। ਅਸੀਂ ਕੱਪੜੇ ਦੂਜਿਆਂ ਦੀ ਨਕਲ ਕਰਕੇ ਪਾਉਂਦੇ ਹਾਂ। ਸੱਭਿਆਚਾਰ ਖੇਤਰ ਵਿੱਚ ਅਸੀਂ ਪੱਛਮ ਦੀ ਨਕਲ ਮਾਰ ਰਹੇ ਹਾਂ। ਭਵਨ ਨਿਰਮਾਣ ਵਿੱਚ, ਮਨ ਪਰਚਾਵੇ ਵਿੱਚ, ਫਿਲਮਾਂ ਵਿੱਚ, ਸੰਗੀਤ ਵਿੱਚ, ਖਾਣ ਪਹਿਨਣ ਵਿੱਚ ਅਸੀਂ ਅੰਤਾਂ ਦੀ ਨਕਲ ਮਾਰਨ। ਜਦੋਂ ਤੱਕ ਸਾਡੇ ਵਿਵਹਾਰ ਵਿੱਚ ਮਲੌਕਿਕਤਾ ਪ੍ਰਤੀ ਮੋਹ ਨਹੀਂ ਜਾਗਦਾ ਅਤੇ ਅਸੀਂ ਸੁਚੇਤ ਨਹੀਂ ਹੁੰਦੇ, ਮੌਲਿਕਤਾ ਨਹੀਂ ਆਵੇਗੀ ਤੇ ਅਸੀਂ ਨਕਲ ਮਾਰਦੇ ਰਹਾਂਗੇ। ਇਵੇਂ ਅਸੀਂ ਪੜ੍ਹੇ ਲਿਖੇ ਅਧਿਆਪਕਾਂ ਦਾ ਇੱਕ ਵਰਗ ਪੈਦਾ ਕਰ ਰਹੇ ਹਾਂ। ਸਾਡੇ ਦੇਸ਼ ਵਿੱਚ ਲੋਕਤੰਤਰ ਹੈ, ਇਸ ਲਈ ਜਿਹੋ ਜਿਹੀ ਸਾਡੀ ਪ੍ਰਜਾ ਹੋਵੇਗੀ ਉਹੋ ਜਿਹੀ ਸਾਡੀ ਸਰਕਾਰ ਹੋਵੇਗੀ। ਟੈਕਨੋਲੋਜੀ ਦੇ ਖੇਤਰ ਵਿੱਚ ਨਕਲ ਦੀ ਪ੍ਰਵਿਰਤੀ ਸਾਨੂੰ ਸਦਾ ਲਈ ਪੱਛਮ ਦਾ ਗੁਲਾਮ ਬਣਾਈ ਰੱਖੇਗੀ। ਸੁੰਦਰਮ ਤੋਂ ਟੁੱਟੀ ਹੋਈ ਅਤੇ ਲੋਕਾਂ ਦੀਆਂ ਲੋੜਾਂ ਤੋਂ ਵਿਯੋਗੀ ਹੋਈ ਵਿੱਦਿਅਕ ਪ੍ਰਣਾਲੀ ਵਿੱਚ ਲੋਕਾਂ ਦਾ ਮਨ, ਦਿਲ ਅਤੇ ਦਿਮਾਗ ਨਹੀਂ ਖੁੱਭਦੇ ਅਤੇ ਇਸ ਉਦਰੇਵੇਂ ਦੇ ਕਾਰਨ ਹੀ ਸਾਡੇ ਅਧਿਆਪਕ ਅਤੇ ਵਿਦਿਆਰਥੀ ਗਿਆਨ ਦੀਆਂ ਪਰਤਾਂ ਫਰੋਲਣ ਦੀ ਥਾਂ ਵਿੱਦਿਆ ਦਾ ਬਲਾਤਕਾਰ ਕਰਨ ਲੱਗ ਪਏ ਹਨ। ਭ੍ਰਿਸ਼ਟਾਚਾਰ ਅਜੋਕੇ ਭਾਰਤ ਦੀ ਆਰਥਿਕਤਾ ਦੀ ਚੂਲ ਬਣ ਗਿਆ ਹੈ। ਅਧਿਆਪਕ ਵਰਗ ਗਰੀਬ ਹੈ ਅਤੇ ਵਪਾਰ ਅਤੇ ਨੌਕਰੀਆਂ ਵਿੱਚ ਲੱਗੇ ਵਰਗ ਦੇ ਬੱਚੇ ਵਿਦਿਆਰਥੀ ਜੀਵਨ ਦੌਰਾਨ ਅਧਿਆਪਕਾਂ ਦੀ ਆਰਥਿਕ ਮੰਦਹਾਲੀ ਕਾਰਨ ਅਧਿਆਪਕਾਂ ਨੂੰ ਟਿੱਚ ਸਮਝਦੇ ਹਨ। ਪਿੰਡਾਂ ਵਿੱਚ ਕਿਸਾਨਾਂ ਦਾ ਵਾਹ ਪਟਵਾਰੀਆਂ, ਠਾਣੇਦਾਰਾਂ ਆਦਿ ਨਾਲ ਪੈਂਦਾ ਹੈ, ਜਿਹੜੇ ਬਿਨਾਂ ਰਿਸ਼ਵਤ ਲਈ ਗਾਲ ਵੀ ਕੱਢਣ ਲਈ ਤਿਆਰ ਨਹੀਂ ਹੁੰਦੇ। ਜੋ ਪੇਂਡੂਆਂ ਨੂੰ ਰਿਸ਼ਵਤ ਦੇ ਕੇ ਕੰਮ ਕਰਾਉਣ ਦੀ ਆਦਤ ਪਾ ਦਿੱਤੀ ਗਈ ਹੈ ਅਤੇ ਇਸੇ ਆਦਤ ਵਸ਼ ਉਹ ਅਧਿਆਪਕ ਵਰਗ ਨੂੰ ਵੀ ਪਟਵਾਰੀ, ਠਾਣੇ ਦੇ ਮੁਨਸ਼ੀ ਆਦਿ ਅਜਿਹਾ ਹੀ ਕੁਝ ਸਮਝਣ ਲੱਗ ਪਏ ਹਨ। ਪੂੰਜੀਵਾਦ ਨੇ ਪੀਣ, ਪਹਿਨਣ, ਖਾਣ, ਹੰਢਾਉਣ ਲਈ ਦੀ ਇੱਕ ਅਜਿਹੀ ਭੁੱਖ ਪੈਦਾ ਕਰ ਦਿੱਤੀ ਹੈ ਕਿ ਉਦੇਸ਼ ਪੂਰਤੀ ਲਈ ਕੁਝ ਵੀ ਨਜਾਇਜ਼ ਪ੍ਰਤੀਤ ਨਹੀਂ ਹੁੰਦਾ। ਵੱਧ ਝਾੜ ਦੇਣ ਵਾਲੀਆਂ ਫਸਲਾਂ ਅਤੇ ਸਫੈਦੇ ਦੇ ਦਰੱਖਤਾਂ ਆਦਿ ਨੇ ਸਾਰਾ ਮਾਨਸਿਕ ਵਾਤਾਵਰਨ ਹੀ ਬਦਲ ਦਿੱਤਾ ਹੈ ਅਤੇ ਸਭ ਕੁਝ ਝਟਪਟ ਕਰਨ ਦੀ, ਪ੍ਰਾਪਤ ਕਰਨ ਦੀ, ਵੱਡਾ ਹੋ ਜਾਣ ਆਦਿ ਦੀ ਮਨੋਵਿਗਿਆਨਕ ਫਿਰਤੀ ਉਤਪੰਨ ਹੋ ਗਈ ਹੈ। ਸਾਡੇ ਵਰਤਾਰੇ ਦਾ ਮੁਹਾਵਰਾ ਅਜੇ ਬੋਧਕ ਨਹੀਂ ਹੋਇਆ ਅਤੇ ਬੋਲ ਚਾਲ ਵਿੱਚ ਅਜੇ ਸੋਚ ਵਿਚਾਰ ਵਾਲੀ ਸ਼ਬਦਾਵਲੀ ਅਸੀਂ ਅਪਣਾ ਨਹੀਂ ਸਕੇ। ਅਜੇ ਵੀ ਅਸੀਂ ਸਰੀਰਕ ਅਮਲ ਦੀਆਂ ਹੀ ਗੱਲਾਂ ਕਰੀ ਜਾ ਰਹੇ ਹਾਂ। ਨਕਲ ਮਾਰਨ ਵਿੱਚ ਮਾਰਨ ਦੀ ਫਿਰਤੀ ਦਿਮਾਗੀ ਨਹੀਂ, ਸਰੀਰਕ ਹੈ। ਅਸੀਂ ਕਦੀ ਨਹੀਂ ਕਿਹਾ ਕਿ ਫਲਾਣੇ ਮਾਮਲੇ ਬਾਰੇ ਸੋਚ ਲਵਾਂਗੇ। ਅਸੀਂ ਇਹੀ ਕਹਿੰਦੇ ਹਾਂ, ਫੱਟੇ ਚੱਕ ਦੇਵਾਂਗੇ, ਕੰਡੇ ਕੱਢ ਦੇਵਾਂਗੇ, ਲੱਤਾਂ ਭੰਨ ਦਿਆਂਗੇ ਆਦਿ। ਜਦੋਂ ਤੱਕ ਸਾਡੇ ਵਰਤਾਰੇ ਦਾ ਮੁਹਾਵਰਾ ਸਰੀਰਕ ਦੀ ਥਾਂ ਬੋਧਕ ਨਹੀਂ ਹੁੰਦਾ, ਸਥਿਤੀ ਦੇ ਸੁਧਾਰਨ ਦੀ ਬਹੁਤੀ ਆਸ ਨਹੀਂ। ਸਾਡੇ ਪ੍ਰੀਖਿਆ ਕੇਂਦਰਾਂ ਵਿੱਚ ਅੰਦਰਲਿਆਂ ਅਤੇ ਬਾਹਰਲਿਆਂ ਦੀ ਗਹਿਮਾ ਗਹਿਮੀ ਵੇਖ ਕੇ ਕੌਣ ਗਿਲਾ ਕਰ ਸਕਦਾ ਹੈ ਕਿ ਸਾਡੇ ਵਿੱਚ ਸੰਯੋਗ ਦੀ ਘਾਟ ਹੈ। ਨਕਲ ਮਾਰ ਕੇ ਪਾਸ ਹੋਣ ਵਾਲੇ ਵਿਅਕਤੀਆਂ ਦੀ ਸ਼ਖਸੀਅਤ ਦਾ ਨੈਤਿਕ ਪੱਖ ਇਸ ਹੱਦ ਤੱਕ ਕਮਜ਼ੋਰ ਹੁੰਦਾ ਹੈ ਕਿ ਝੂਠ ਬੋਲਣਾ, ਚੋਰੀ ਕਰਨੀ, ਬਿਜਲੀ ਚੁਰਾਣੀ, ਰਿਸ਼ਵਤ ਲੈਣੀ, ਜਾਲੀ ਡਿਗਰੀ ਲੈਣੀ ਅਰਥਾਤ ਹਰ ਨਜਾਇਜ਼ ਕੰਮ ਵੱਲ ਉਹਨਾਂ ਦੀ ਰੁਚੀ ਸਹਿਜੇ ਹੀ ਪ੍ਰੇਰੀ ਜਾਂਦੀ ਹੈ।
ਅਜਿਹੇ ਵਿਅਕਤੀਆਂ ਨੂੰ ਹਰ ਚੀਜ਼ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਆਦਤ ਪੈ ਜਾਂਦੀ ਹੈ। ਸਭ ਤੋਂ ਵੱਡਾ ਦੁਖਾਂਤ ਇਹ ਵਾਪਰਦਾ ਹੈ ਕਿ ਅਜਿਹੇ ਲੋਕ ਮਿਹਨਤ ਅਤੇ ਮੌਲਿਕਤਾ ਨੂੰ ਤਰਸਕਾਰ ਦੀ ਨਜ਼ਰ ਨਾਲ ਵੇਖਦੇ ਹਨ ਅਤੇ ਅਜਿਹੇ ਲੋਕਾਂ ਵਿੱਚ ਝਟਪਟ ਅਮੀਰ ਬਣ ਸਫਲ ਹੋਣ ਅਤੇ ਵੱਡੇ ਪ੍ਰਤੀਤ ਹੋਣ ਦੀ ਲਾਲਸਾ ਜਾਗਦੀ ਹੈ, ਜਿਸ ਕਾਰਨ ਸਮਾਜ ਵਿੱਚ ਹਿੰਸਾ ਅਤੇ ਅਪਰਾਧ ਵੱਧਦੇ ਹਨ। ਨਕਲਮਾਰਾਂ ਦੀ ਸ਼ਖਸੀਅਤ ਵਿੱਚ ਇੱਕ ਸਦੀਵੀ ਬੇਚੈਨੀ ਘਰ ਕਰ ਜਾਂਦੀ ਹੈ ਅਤੇ ਮਿਹਨਤ ਰਾਹੀਂ ਆਪਣਾ ਕੱਦ ਉੱਚਾ ਕਰਨ ਦੀ ਥਾਂ ਇਹ ਲੋਕ ਸਮੁੱਚੇ ਸਮਾਜ ਨੂੰ ਆਪਣੀ ਪੱਧਰ ਤੱਕ ਡੇਗਣ ਲਈ ਯਤਨ ਕਰਦੇ ਹਨ। ਇਵੇਂ ਸਮਾਜਿਕ ਅਤੇ ਸੱਭਿਆਚਾਰਕ ਪੀੜਾ ਵਿੱਚ ਮੌਲਿਕਤਾ ਦਾ ਘਾਣ ਹੁੰਦਾ ਹੈ। ਅਨੁਮਾਨ ਲਾਇਆ ਜਾ ਸਕਦਾ ਹੈ ਕਿ ਰੇਤ ਨਾਲ ਚਿਣੀਆਂ ਹੋਈਆਂ ਇਹ ਸ਼ਖਸੀਅਤਾਂ ਕਿੰਨੀ ਕੁ ਮਜ਼ਬੂਤ ਆਰਥਿਕਤਾ ਨੂੰ ਸਹਾਰਾ ਦੇ ਸਕਦੀਆਂ ਹਨ। ਸਭ ਤੋਂ ਵੱਡਾ ਆਨੰਦ ਬੁੱਧ ਵਿਵੇਕ ਦਾ ਆਨੰਦ ਹੁੰਦਾ ਹੈ, ਜਦੋਂ ਕਿ ਨਕਲਮਾਰ ਸਰੀਰਕ ਲੋੜਾਂ ਤੋਂ ਉੱਪਰ ਨਹੀਂ ਉੱਠਦੇ। ਨਕਲ ਮਾਰਨ ਦੀ ਅਜੋਕੀ ਸਥਿਤੀ ਦਾ ਸੰਸਾਰ ਦੇ ਕਈ ਦੇਸ਼ਾਂ ਨੇ ਵਿਗਿਆਨਕ ਢੰਗ ਨਾਲ ਸਾਹਮਣਾ ਕੀਤਾ ਹੈ। ਪ੍ਰਸ਼ਨ ਪੱਤਰ ਦੀ ਥਾਂ ਪ੍ਰਸ਼ਨ ਪੁਸਤਕ ਦਾ ਰਿਵਾਜ ਪੈ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਉੱਤਰ ਪੱਤਰ ਵਿਚਲੇ ਉਹਨਾਂ ਸੁਭਾਵਿਕ 4 ਜਾਂ 5 ਉੱਤਰਾਂ ਵਿੱਚੋਂ ਕਿਸੇ ਇੱਕ ਜੋ ਸਹੀ ਹੁੰਦਾ ਹੈ ਤੇ ਸਹੀ ਹੋਣ ਦਾ ਨਿਸ਼ਾਨ ਲਾਉਣਾ ਹੁੰਦਾ ਹੈ। ਅਜਿਹੇ ਇਮਤਿਹਾਨਾਂ ਵਿੱਚ ਪਾਸ ਪ੍ਰਤੀਸ਼ਤਾ 55 ਤੋਂ ਸ਼ੁਰੂ ਹੁੰਦੀ ਹੈ। ਪ੍ਰਸ਼ਨ ਇਤਨੇ ਹੁੰਦੇ ਹਨ ਕਿ ਜਿਸ ਨੇ ਪ੍ਰਸ਼ਨ ਪੁਸਤਕ ਤੋਂ ਧਿਆਨ ਹਟਾਇਆ ਉਸ ਦੇ ਸਾਰੇ ਪ੍ਰਸ਼ਨ ਹੱਲ ਕਰਨ ਦੀ ਸੰਭਾਵਨਾ ਹੀ ਨਹੀਂ ਰਹਿੰਦੀ ਅਤੇ ਉਹ ਕਿਸੇ ਵੀ ਨਜਾਇਜ਼ ਢੰਗ ਨਾਲ ਪਾਸ ਹੀ ਨਹੀਂ ਹੋ ਸਕਦਾ। ਅਜਿਹੀ ਸਥਿਤੀ ਵਿੱਚ ਨਕਲ ਮਾਰਨ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ। ਨਕਲ ਮਾਰਨ ਦੀ ਸਮੱਸਿਆ ਉਦੋਂ ਤੱਕ ਰਹੇਗੀ ਜਦੋਂ ਤੱਕ ਨੌਕਰੀ ਯੋਗਤਾ ਦੇ ਆਧਾਰ ਉੱਤੇ ਨਹੀਂ, ਡਿਗਰੀ ਦੇ ਆਧਾਰ ਉੱਤੇ ਮਿਲਦੀ ਰਹੇਗੀ। ਨਕਲ ਮਾਰਨਾ ਇੱਕ ਵਿਕਲੋਤਰੀ ਘਟਨਾ ਨਹੀਂ, ਸਗੋਂ ਇਹ ਇੱਕ ਲੰਬੀ ਬਿਮਾਰੀ ਦਾ ਆਰੰਭ ਹੈ। ਇਸ ਪ੍ਰਵਿਰਤੀ ਨਾਲ ਕਾਮਚੋਰਾਂ ਦੀ ਫੌਜ ਇਤਨੀ ਸ਼ਕਤੀਸ਼ਾਲੀ ਹੋ ਜਾਵੇਗੀ ਕਿ ਮਿਹਨਤ ਕਰਨ ਵਾਲੇ ਮੁੱਠੀ ਭਰ ਗਦਾਰਾਂ ਦਾ ਇਹ ਮਿਲੀਆਮੇਟ ਕਰ ਦੇਵੇਗੀ ਅਤੇ ਅਸਲੀ ਦੀ ਥਾਂ ਨਕਲੀ ਸਮਾਜ ਅਤੇ ਨਕਲੀ ਬੰਦਿਆਂ ਵਾਲਾ ਨਕਲੀ ਸੱਭਿਆਚਾਰ ਉਸਾਰਨ ਦਾ ਸੁਪਨਾ ਸਹਿਜੇ ਹੀ ਪੂਰਾ ਹੋ ਜਾਵੇਗਾ।